Good morning students, welcome to your channel Insight Institute BP। ਆਪਾਂ ਲਾਸਟ ਲੈਕਚਰ ਦੇ ਵਿੱਚ ਚੈਪਟਰ 3rd of 10th class chemistry metals and non metals ਨੂੰ ਸਟਾਰਟ ਕੀਤਾ ਸੀ ਤੇ ਉਹਦੇ ਵਿੱਚ ਮੈਂ ਤੁਹਾਨੂੰ formation of ionic compounds ਕਰਵਾਈ ਸੀ। ਉਹਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਤੇ ਅੱਜ ਆਪਾਂ characteristics ਕਰਦੇ ਹਾਂ ionic compounds ਦੇ। ਕਰੈਕਟਰਿਸਟਿਕਸ ਆਫ ਆਇਨਿਕ ਕੰਪਾਊਂਡ ਦੇ ਵਿੱਚ ਆਪਾਂ ਦੇਖੀਏ ਤਾਂ ਲਾਸਟ ਲੈਕਚਰ ਵਿੱਚ ਆਪਾਂ ਕੀਤਾ ਸੀ ਕਿ ਜਿੱਦਾਂ NaCl ਬਣਦਾ ਹੈਗਾ ਤਾਂ ਉਹਦੇ ਵਿੱਚ Na ਪੋਜ਼ਿਟਿਵ ਐਂਡ Cl ਨੈਗੇਟਿਵ ਆਇਨਸ ਫਾਰਮ ਹੁੰਦੇ, ਠੀਕ ਹੈ। Na ਪੋਜ਼ਿਟਿਵ ਜਿਹੜੇ ਆ ਤੇ Cl ਨੈਗੇਟਿਵ, ਪੋਜ਼ਿਟਿਵ ਨੈਗੇਟਿਵ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦਾ ਹੈ। ਇਹਨਾਂ ਦੇ ਵਿੱਚ ਸਟਰੋਂਗ ਇਲੈਕਟ੍ਰੋਸਟੈਟਿਕ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਜਿਹਦੇ ਕਰਕੇ ਇਹਨਾਂ ਦੀ ਫਿਜ਼ੀਕਲ ਸਟੇਟ ਆ ਜਿਹੜੀ ਉਹ ਸੋਲਿਡ ਹੁੰਦੀ। they are present in the solid state। second ਸਾਡੇ ਕੋਲ ਜਿਹੜਾ characteristic ਹੈ ਕਿ ionic compound ਦੇ high melting ਤੇ boiling points ਹੁੰਦੇ ਆ। ਇਹ ਤੁਹਾਨੂੰ question ਜਿਹੜਾ ਹੈਗਾ ਇਹਦੇ ਚੋਂ ਪੇਪਰ ਚ ਆਉਣਾ ਹੈਗਾ ਕਿ why ionic compounds have high melting points, ठीक है। ਮੈਲਟਿੰਗ ਪੁਆਇੰਟ ਹੁੰਦਾ ਜਿਹਦੇ ਤੇ ਕੋਈ ਵੀ ਕੰਪਾਊਂਡ ਜਿਹੜਾ ਹੈਗਾ ਉਹ ਮੈਲਟ ਕਰਨਾ ਪਿਘਲਣਾ ਸ਼ੁਰੂ ਕਰਦਾ ਹੈ। ਬੋਇਲਿੰਗ ਪੁਆਇੰਟ ਹੈ ਜਿਹਦੇ ਤੇ ਕੋਈ ਵੀ ਕੰਪਾਊਂਡ ਬੋਇਲ ਕਰਨਾ ਜਾਂ ਉਬਲਣਾ ਸ਼ੁਰੂ ਕਰਦਾ ਹੈ। ਤਾਂ ਆਇਨਿਕ ਕੰਪਾਊਂਡਸ ਦਾ ਜਿਹੜਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਆ ਬਹੁਤ ਜ਼ਿਆਦਾ ਹਾਈ ਹੁੰਦਾ ਹੈਗਾ। ਇਹਦਾ ਰੀਜ਼ਨ ਇਹ ਆ ਕਿ ਇਹਦੇ ਵਿੱਚ ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਬਿਟਵੀਨ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ। ਇਹੀ ਤੁਸੀਂ ਆਨਸਰ ਦੇ ਵਿੱਚ ਲਿਖਣਾ ਹੈਗਾ ਵੈਨ ਦ ਕੁਐਸਚਨ ਵਿਲ ਕਮ ਕਿ ਵਾਈ ਡੂ ਆਇਨਿਕ ਕੰਪਾਊਂਡਸ ਹੈਵ ਹਾਈ ਮੈਲਟਿੰਗ ਪੁਆਇੰਟਸ, ਤਾਂ ਉਹਦਾ ਆਨਸਰ ਹੈਗਾ ਕਿਉਂਕਿ ਸਟਰੋਂਗ ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਹੈਗੀਆਂ ਉਹ ਐਗਜ਼ਿਸਟ ਕਰਦੀਆਂ ਹੈਗੀਆਂ ਆਪਸ ਦੇ ਵਿੱਚ। ਇਹਨਾਂ ਦੇ ਅਟਰੈਕਸ਼ਨ ਹੁੰਦੀ ਹੈ ਪੋਜ਼ਿਟਿਵ ਤੇ ਨੈਗੇਟਿਵ ਪਾਰਟੀਕਲਸ ਦੇ ਵਿੱਚ। ਥਰਡ ਜਿਹੜਾ ਹੈਗਾ ਇਹਨਾਂ ਦੀ ਪ੍ਰੋਪਰਟੀ ਹੈ ਦੈਟ ਇਜ਼ ਕਿ ਦੇ ਕੰਡਕਟ ਵੈਲ ਇਨ ਸੋਲਿਊਸ਼ਨ ਐਂਡ ਇਨ ਮੋਲਟਨ ਸਟੇਟ, ਠੀਕ ਹੈ ਜੀ। ਥਰਡ ਕਰੈਕਟਰ ਆ ਕਿ ਉਹ ਕੰਡਕਟ ਕਰਦੇ ਆ ਇਲੈਕਟ੍ਰਿਸਿਟੀ, ਇਹਨਾਂ ਦੇ ਵਿੱਚੋਂ ਬਿਜਲੀ ਪਾਸ ਹੁੰਦੀ ਆ ਕਦੋਂ ਵੈਨ ਦੇ ਆਰ ਇਨ ਮੋਲਟਨ ਸਟੇਟ। ਮੋਲਟਨ ਸਟੇਟ ਮੀਨਸ ਕਿ ਪਿਘਲੀ ਹੋਈ ਸਟੇਟ ਵਿੱਚ ਆ, ਔਰ ਇਨ ਸੋਲਿਊਸ਼ਨ ਜਦੋਂ ਆਪਾਂ ਇਹਨਾਂ ਦੇ ਵਿੱਚ ਵਾਟਰ ਦੇ ਵਿੱਚ ਜਾਂ ਕਿਸੇ ਹੋਰ ਕੰਪਾਊਂਡ ਦੇ ਵਿੱਚ ਸੋਲਿਊਸ਼ਨ ਬਣਾਇਆ ਹੋਇਆ। ਹੁਣ ਇੱਥੇ ਮੈਂ ਇੱਕ ਹੋਰ ਟਰਮ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਕੋਈ ਵੀ ਸੋਲਿਊਸ਼ਨ ਵਾਟਰ ਦੇ ਵਿੱਚ ਬਣਾਉਣੇ ਆ ਆਪਾਂ ਸਪੈਸੀਫਿਕਲੀ, ਜਦੋਂ ਕੋਈ ਵੀ ਸੋਲਿਊਸ਼ਨ ਅਸੀਂ ਵਾਟਰ ਦੇ ਵਿੱਚ ਬਣਾਉਣੇ ਆ ਤਾਂ ਉਸ ਵਾਟਰ ਨੂੰ ਅਸੀਂ ਐਕੁਅਸ ਸੋਲਿਊਸ਼ਨ ਕਹਿੰਦੇ। ਉਸ ਸੋਲਿਊਸ਼ਨ ਨੂੰ ਐਕੁਅਸ ਸੋਲਿਊਸ਼ਨ ਕਹਿੰਦੇ। ਇਹਨੂੰ ਯਾਦ ਰੱਖਣ ਦਾ ਤਰੀਕਾ ਹੈ ਬੱਚੇ ਕਿ ਆਪਾਂ ਨੂੰ ਪਤਾ ਹੈ ਕਿ ਵਾਟਰ ਪਿਊਰੀਫਾਇਰ ਜਿਹੜਾ ਹੈਗਾ ਉਹ ਐਕੁਆ ਗਾਰਡ ਹੈ ਜਿੱਦਾਂ, ਤਾਂ ਐਕੁਆ ਵਰਡ ਜਿਹੜਾ ਹੈਗਾ ਉਹ ਵਾਟਰ ਨਾਲ ਰਿਲੇਟਡ ਹੈ, ਠੀਕ ਹੈ ਜੀ। ਲਾਸਟ ਤੇ ਇੱਕ ਹੋਰ ਚੀਜ਼ ਜਿਹੜੀ ਆ ਕਿ ਆਇਨਿਕ ਰਿਐਕਸ਼ਨਸ ਜਿਹੜੀਆਂ ਹੁੰਦੀਆਂ ਉਹ ਬਹੁਤ ਫਾਸਟ ਹੁੰਦੀਆਂ। ਜਦੋਂ ਆਇਨਿਕ ਕੰਪਾਊਂਡ ਰਿਐਕਟ ਕਰਦੇ ਆ ਤਾਂ ਬਹੁਤ ਫਾਸਟ ਰਿਐਕਸ਼ਨ ਹੋ ਜਾਂਦੀ ਹੈ। ਲਾਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਮੈਂ ਤੁਹਾਨੂੰ 1 to 20 ਐਟੋਮਿਕ ਨੰਬਰਸ ਲਰਨ ਕਰਨ ਦਾ ਮੈਥਡ ਵੀ ਸਿਖਾਉਂਗੀ। ਤਾਂ ਪਹਿਲਾਂ ਆਪਾਂ ਉਹਨਾਂ ਨੂੰ ਲਰਨ ਕਰਦੇ ਹਾਂ ਤੇ ਉਹ ਇੱਕ ਨਿਮੋਨਿਕ ਲਾਈਨ ਆ हाई हील्स लिए बिना भी कल नानी और फूफा नाचेंगे। इस लाइन दे नाल सानू 10 तक जिहड़े एटॉमिक नंबर्स आ वो लर्न हो जाणगे। किवें देखो कि फर्स्ट ते साडे कोल ओनली H लैनी आ सी विच इज़ हाइड्रोजन, सैकेंड हीलियम, थर्ड लिथियम, फोर्थ इज़ बेरिलियम, fifth is boron,
6th is carbon, 7th is nitrogen, 8th is oxygen, F ਤੇ 9 हैगा fluorine and Ne is the symbol for neon। सब तो पहला जिहड़ी चीज़ हुंदी है कैमिस्ट्री दे विच तुहानूं एलीमेंट्स दे सिंबल्स याद होने बहुत ज़रूरी है। ओनली दैन आपां किसी भी फॉर्मूले नूं इंटरप्रेट कर सकते हैं। हुण जिहड़े ये एटॉमिक नंबर्स हुंदे आ ये सब कुछ तुसीं 9th क्लास विच पढ़िया हैगा, आपां फिर भी रिवाइज करते हैं। एटॉमिक नंबर्स रिप्रजेंट करते हैं कि इस एलीमेंट दे विच जिन्ना इहदा एटॉमिक नंबर आ उन्ने ही इलैक्ट्रॉन्स आ या उन्ने ही प्रोटॉन्स आ। ठीक है जी, क्योंकि पॉजिटिव ते नैगेटिव चार्ज हमेशा बराबर हुंदा है, जिहदे करके एटम दे उपर ओवरऑल कोई चार्ज नहीं हुंदा। ओवरऑल एटम जिहड़ा हैगा वो न्यूट्रल स्टेट दे विच एग्जिस्ट करदा है। न्यूट्रल दा मतलब हुंदा जिहदे उपर कोई चार्ज ना होवे। हुण तुसीं देखो कि अपने कोल जिन्ने इलैक्ट्रॉन्स आ उन्हां नूं आपां शैल्स दे विच डिस्ट्रीब्यूट करना हुंदा है, क्योंकि प्रोटॉन्स आ जिहड़े वो तां न्यूक्लियस दे अंदर ही रहिंदे आ। जी नैक्सट अपने कोल हैगा कि आपां इन्हां नूं KLM दे विच डिस्ट्रीब्यूट करना सी। ਤਾਂ K शैल की जी कैपेसिटी होंगी ये 2 इलैक्ट्रॉन्स नूं अकोमोडेट कर सकता है। ठीक है, इनू इस तरह नाल समझो कि तुहाडे कोल कोई रूम आ जिहड़ा कि K आ रूम उहदे विच 2 परसनस अकोमोडेट हो सकते हैं, L रूम दे विच 8 परसन अकोमोडेट हो सकते हैं, उस तरह M दे विच भी 8 हो सकते हैं। ठीक है, एंड सो ऑन वो आप अगे करते हैं। हुण देखो एक इलैक्ट्रॉन आ तो सब तो पहला तो K च ही चला जाएगा एक, तो यदी कॉन्फिगरेशन होगी 1। 2 इलैक्ट्रॉन आ ये भी 2 K च ही अकोमोडेट हो जाएंगे। ठीक है, 3 इलैक्ट्रॉन आ तो 2 इत्थे चले जाएंगे एंड जिहड़ा एक रह गया वो आपां अगे L विच भेज देंगे। बेरीलियम दे विच 4 इलैक्ट्रॉन आ, इहदी कॉन्फिगरेशन बन जाएगी 2 2, बोरोन दी 2 3, कार्बन दी 2 4, नाइट्रोजन दी 2 5, ऑक्सीजन दी 2 6, फ्लोरीन दी 2 7, नीऑन दी 2 8। हुण इत्थे शैल जिहड़ी आ कंप्लीट होगी। ठीक है जी, सब तो पहला तो अज असीं 1 to 10 का ही कंप्लीट करांगे। अज दे लैक्चर विच आपां 10 तक एटॉमिक नंबर्स लर्न कर लिया। नैक्सट लैक्चर विच आपां 11 to 20 करांगे। हुण जिहड़ा नैक्सट टॉपिक आपां करन लगे हैं वो हैगा कैमिकल प्रॉपर्टीज़ जिहड़ियां मैटल्स ते नॉन मैटल्स दियां, उन्हां विच आपां कंपेयर एंड कंट्रास्ट करना। तो सब तो पहली जिहड़ी प्रॉपर्टी है कि जिहड़े मैटैलिक ऑक्साइड आ दे आर बेसिक इन नेचर। बेसिक नेचर नूं शो करते हैं, बेस जिन्हां नूं असीं खारे कहंदे सी उन्हां नूं शो करते हैं। ते जिहड़े नॉन मैटैलिक आ वो एसिडिक ऑक्साइड हुंदे आ, एसिडिक बिहेवियर शो करते हैं। ठीक है, एसिड की तरह तेजाब की तरह बिहेव करते हैं। सैकेंड जिहड़ा साडे कोल हैगा पॉइंट वो है कि मैटल्स इलैक्ट्रो पॉजिटिव हुंदियां। इलैक्ट्रो पॉजिटिव का मतलब हैगा कि जिद्दां सोडियम आ, सोडियम इलैक्ट्रॉन लूज कर रही आ, इहदी कॉन्फिगरेशन सीगी 281 क्योंकि इहदा एटॉमिक नंबर 11 सी। इहने एक इलैक्ट्रॉन लूज करता ताकि लास्ट शैल वाले 8 कंप्लीट हो जान, तो इहदी कॉन्फिगरेशन 28 रह गई। ठीक है जी, हुण ये इलैक्ट्रॉन लूज कर रहा हैगा तो ये उपर पॉजिटिव चार्ज आ रहा है, इस करके असीं इहनूं इलैक्ट्रो पॉजिटिव कहने हैं। जिवें आपां कुछ भी डोनेट करते हैं, किसी नूं पैसे दान दिंदे आ तो उहदे नाल सानूं एक पॉजिटिव वाइब आउंदी है। तो उत्थों ही आपां याद रखना है कि जदों भी कोई एटम इलैक्ट्रॉन लूज करता है तो इलैक्ट्रो पॉजिटिव हुंदा है। नैक्सट अपने कोल पॉइंट है कि नॉन मैटल्स आ जिहड़ियां दे आर इलैक्ट्रोनैगेटिव इन नेचर। तो इलैक्ट्रोनैगेटिव का मतलब हुंदा हैगा कि कोई भी एटम जदों इलैक्ट्रॉन गेन करदा उहदे उपर नैगेटिव चार्ज आउंदा हैगा, क्योंकि इहदी कॉन्फिगरेशन 287 सी बिकॉज इहदा एटॉमिक नंबर 17 आ। जदों इहने एक इलैक्ट्रॉन गेन कर लिया तो 288 इहदी कॉन्फिगरेशन कंप्लीट होगी। हुण जदों इहदी एग्जाम्पल की है कि जदों आपां किसी तो लाइक पैसे जिहड़े आ उधार लैने आ जां किसी तो कोई कर्जा या लोन लिया हुंदा तो साडे विच एक नैगेटिव एक टेंशन वाली वाइब हुंदी आ कि असीं रिटर्न करने आ जां किसी भी तरह का। सेम वे जदों एटम इलैक्ट्रॉन गेन करदा तो उहदे उपर भी नैगेटिव चार्ज आ जांदा, जिहदे करके असीं कहने आ कि जिहड़े नॉन मैटल्स आ वो इलैक्ट्रोनैगेटिव इन नेचर। इत्थों ही साडे कोल पॉइंट आउंदा है
कि ਜਿਹੜੇ ਇਲੈਕਟ੍ਰੋਨ ਨੂੰ ਲੂਜ਼ ਕਰਦੇ ਆ, ਠੀਕ ਹੈ, ਲੂਜ਼ ਕਰਨ ਦੇ ਵਿੱਚ ਜਿਨ੍ਹਾਂ ਦੀ ਟੈਂਡੈਂਸੀ ਹੁੰਦੀ ਆ ਦੇ ਆਰ ਗੁੱਡ ਰਿਡਿਊਸਿੰਗ ਏਜੰਟ, ਤੇ ਜਿਨ੍ਹਾਂ ਦੀ ਇਲੈਕਟ੍ਰੋਨ ਗੇਨ ਕਰਨ ਦੀ ਕਪੈਸਿਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਕਸੀਡਾਈਜ਼ਿੰਗ ਕਹਿੰਦੇ ਆ। ਸੋ ਨॉन ਮੈਟਲਸ ਆਰ ਗੁੱਡ ਆਕਸੀਡਾਈਜ਼ਿੰਗ ਏਜੰਟਸ। ਦੈਨ ਸਾਡੇ ਕੋਲ ਨੈਕਸਟ ਪੁਆਇੰਟ ਹੈ ਕਿ ਜਿਹੜੇ ਮੈਟਲਸ ਆ ਉਹ ਆਇਨਿਕ ਕੰਪਾਊਂਡ ਫਾਰਮ ਕਰਦੇ ਆ। ਆਇਨਿਕ ਕੰਪਾਊਂਡ ਦੀ ਫਾਰਮੇਸ਼ਨ ਆਪਾਂ ਲਾਸਟ ਲੈਕਚਰ 'ਚ ਕੀਤੀ ਸੀ, ਜਿਵੇਂ NaCl, Na2O, ਐਂਡ ਇਹਨਾਂ ਦੇ ਕੰਪਾਊਂਡ ਆ ਜਿਹੜੇ ਉਹ ਕੋਵੈਲੈਂਟ ਕੰਪਾਊਂਡ ਹੁੰਦੇ ਆ। ਕੋਵੈਲੈਂਟ ਦਾ ਮਤਲਬ ਹੁੰਦਾ ਹੈਗਾ ਕਿ ਜਦੋਂ ਇਲੈਕਟ੍ਰੋਨ ਸ਼ੇਅਰ ਕਰਕੇ ਇੱਕ ਬੌਂਡ ਬਣਾਇਆ ਜਾਵੇ। ਇਸ ਡਿਫਰੈਂਸ ਤੋਂ ਬਾਅਦ ਮੈਂ ਤੁਹਾਨੂੰ ਕੋਵੈਲੈਂਟ ਦਾ ਜਿਹੜਾ ਮੀਨਿੰਗ ਆ ਉਹ ਚੰਗੀ ਤਰ੍ਹਾਂ ਕਲੀਅਰ ਕਰਦੀ ਹਾਂ, ਉਹਦੇ ਲਈ ਫੁੱਲ ਵੀਡੀਓ ਦੇਖਿਓ। 5th ਪੁਆਇੰਟ ਆ ਜਿਹੜਾ ਇਹਦੇ ਵਿੱਚ, ਦੈਟ ਇਜ਼ ਕਿ ਜਦੋਂ ਆਪਾਂ ਮੈਟਲਸ ਨੂੰ ਡਿਲਿਊਟ ਐਸਿਡਸ ਦੇ ਨਾਲ ਰਿਐਕਟ ਕਰਦੇ ਹਾਂ ਤਾਂ ਹਾਈਡਰੋਜਨ ਰਿਲੀਜ਼ ਹੁੰਦੀ ਹੈ। ਹਾਈਡਰੋਜਨ ਵਿਦ ਡਿਲਿਊਟ ਐਸਿਡਸ। ਡਿਲਿਊਟ ਦਾ ਮਤਲਬ ਹੁੰਦਾ ਕਿ ਜਿਹਦੇ ਵਿੱਚ ਆਪਾਂ ਵਾਟਰ ਐਡ ਕਰਕੇ ਐਸਿਡ ਨੂੰ ਪਤਲਾ ਕੀਤਾ ਹੋਇਆ ਹੈਗਾ, ਐਂਡ ਇਹਦੇ ਵਿੱਚ ਰਿਐਕਸ਼ਨ ਹੀ ਨਹੀਂ ਹੁੰਦੀ ਡਿਲਿਊਟ ਐਸਿਡ ਦੇ ਨਾਲ। ਨॉन ਮੈਟਲਸ ਜਿਹੜੀਆਂ ਉਹ ਰਿਐਕਟ ਹੀ ਨਹੀਂ ਕਰਦੀਆਂ ਡਿਲਿਊਟ ਐਸਿਡ ਦੇ ਨਾਲ। ਇਸ ਪੁਆਇੰਟਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕੋਵੈਲੈਂਟ ਦਾ ਜਿਹੜਾ ਮੀਨਿੰਗ ਆ ਉਹ ਕਲੀਅਰ ਕਰੂੰਗੀ। ਇਹ ਐਕਚੁਅਲ ਦੇ ਵਿੱਚ ਕੋਵੈਲੈਂਟ ਟਰਮ ਜਿਹੜੀ ਆ ਦੈਟ ਵਿਲ ਕਮ ਇਨ 4th ਚੈਪਟਰ, ਕਾਰਬਨ ਐਂਡ ਇਟਸ ਕੰਪਾਊਂਡਸ, ਉਹਦੇ ਵਿੱਚ ਵਰਕ ਕਰੇਗੀ। ਤਾਂ ਕੋਵੈਲੈਂਟ ਦਾ ਮੀਨਿੰਗ ਹੁੰਦਾ ਦ ਬੌਂਡ ਫਾਰਮਡ ਬਾय ਮਿਊਚੁਅਲ ਸ਼ੇਅਰਿੰਗ ਆਫ ਇਲੈਕਟ੍ਰॉन्स। ਜਦੋਂ ਇਲੈਕਟ੍ਰॉन ਸ਼ੇਅਰ ਹੁੰਦੇ ਆ ਤਾਂ ਉਹਦੇ ਨਾਲ ਜਿਹੜਾ ਬੌਂਡ ਬਣਦਾ ਹੈਗਾ ਉਹਨੂੰ ਅਸੀਂ ਕੋਵੈਲੈਂਟ ਬੌਂਡ ਕਹਿੰਦੇ ਹਾਂ, ਠੀਕ ਹੈ ਜੀ। ਹੁਣ ਤੁਸੀਂ ਦੇਖੋ ਕਿ ਆਪਣੇ ਕੋਲ ਕਾਰਬਨ ਆ, ਕਾਰਬਨ ਦੇ ਕੋਲ 4 ਇਲੈਕਟ੍ਰॉन्स ਹੁੰਦੇ ਆ ਆਊਟਰਮੋਸਟ ਸ਼ੈਲ ਦੇ ਵਿੱਚ, ਕਿਉਂਕਿ ਇਹਦਾ Z6 ਆ। ਆਪਾਂ ਹੁਣੇ 10 ਤੱਕ ਐਟੋਮਿਕ ਨੰਬਰਸ ਲਰਨ ਕੀਤੇ ਆ। KLM ਦੇ ਵਿੱਚ ਇਹਦੀ ਡਿਸਟ੍ਰੀਬਿਊਸ਼ਨ ਕਰੀਏ ਤਾਂ 2-4 ਇਹਦੀ ਕਨਫੀਗਰੇਸ਼ਨ ਆ, ਤੇ ਬਾਹਰ ਵਾਲੀ ਸ਼ੈਲ ਦੇ ਵਿੱਚ 4 ਇਲੈਕਟ੍ਰॉन्स ਆ। ਜਿੰਨੇ ਬਾਹਰ ਵਾਲੀ ਸ਼ੈਲ ਦੇ ਵਿੱਚ ਇਲੈਕਟ੍ਰॉन्स ਹੁੰਦੇ ਆ ਉਨੇ ਅਸੀਂ ਇਹਦੇ ਉੱਪਰ ਡਾਟ ਲਗਾ ਲੈਂਦੇ ਆ। 4 ਡਾਟ ਲਗਾਤੇ ਆਪਾਂ। ਆਪਣੇ ਕੋਲ ਹੈਗੀ ਆ ਹਾਈਡਰੋਜਨ। ਹਾਈਡਰੋਜਨ ਦਾ Z ਜਿਹੜਾ ਹੈਗਾ ਦੈਟ ਇਜ਼ 1, ਤੇ ਇਹਦੀ K ਦੇ ਵਿੱਚ ਡਿਸਟ੍ਰੀਬਿਊਸ਼ਨ ਕਰੀਏ ਤਾਂ ਉਹ 1 ਆ ਗਈ। ਹੁਣ ਤੁਸੀਂ ਦੇਖੋ ਕਿ ਹਾਈਡਰੋਜਨ ਆਪਾਂ CH4 ਦਾ ਸਟਰਕਚਰ ਬਣਾਈਏ ਤਾਂ ਆਪਾਂ 4 ਹਾਈਡਰੋਜਨਸ ਇਹਦੇ ਨਾਲ ਲਗਾਤੀਆਂ, ਜਿਨ੍ਹਾਂ ਦੀ ਬਾਹਰਲੀ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਆ, ਉਹ ਵੀ ਆਪਾਂ ਡਰਾ ਕਰਤਾ। ਹੁਣ ਜਦੋਂ ਇਹ ਕਾਰਬਨ ਇਸ ਹਾਈਡਰੋਜਨ ਨਾਲ ਬੌਂਡ ਬਣਾਉਂਦਾ ਤਾਂ ਇਹ ਕੀ ਕਰਦੇ ਆ, ਇੱਕ ਇਲੈਕਟ੍ਰੋਨ ਆਹ ਵਾਲਾ ਕਾਰਬਨ ਦਿੰਦਾ, ਇੱਕ ਇਲੈਕਟ੍ਰੋਨ ਹਾਈਡਰੋਜਨ ਦਿੰਦਾ, ਤੇ ਇਹਨੂੰ ਸ਼ੇਅਰ ਕਰ ਲੈਂਦੇ। ਸੇਮ ਵੇ ਇਸ ਇਹਦੇ ਇੱਧਰ ਹੁੰਦਾ ਹੈਗਾ, ਸੇਮ ਵੇ ਇੱਧਰ ਹੁੰਦਾ, ਤੇ ਸੇਮ ਵੇ ਹੀ ਇੱਧਰ ਹੁੰਦਾ। ਇੱਕ ਬੌਂਡ 2 ਇਲੈਕਟ੍ਰॉन्स ਤੋਂ ਬਣਦਾ, ਜਿਹਦੇ ਵਿੱਚ ਇੱਕ ਇਲੈਕਟ੍ਰੋਨ ਇੱਕ ਐਟਮ ਕੰਟਰੀਬਿਊਟ ਕਰ ਰਿਹਾ ਤੇ ਦੂਸਰਾ ਇਲੈਕਟ੍ਰੋਨ ਦੂਸਰਾ ਐਟਮ ਕੰਟਰੀਬਿਊਟ ਕਰ ਰਿਹਾ। ਦੋਨੇ ਸਾਂਝੇਦਾਰੀ ਕਰ ਰਹੇ ਆ, ਦੋਨੇ ਹੀ ਉਹਨਾਂ ਇਲੈਕਟ੍ਰॉन्स ਨੂੰ ਸ਼ੇਅਰ ਕਰ ਰਹੇ ਆ। ਇਸ ਤਰ੍ਹਾਂ ਕਰਨ ਨਾਲ ਕੀ ਫਾਇਦਾ ਹੋਇਆ? ਹੁਣ 4 ਇਲੈਕਟ੍ਰॉन्स ਕਾਰਬਨ ਕੋਲ ਆਪਣੇ ਸੀ, 4 ਹਾਈਡਰੋਜਨ ਨੇ ਸ਼ੇਅਰ ਕਰਤੇ, ਇਹਦਾ ਆਕਟੇਟ ਕੰਪਲੀਟ ਹੋ ਗਿਆ। ਹਾਈਡਰੋਜਨ ਕੋਲ ਓਨਲੀ 1 ਇਲੈਕਟ੍ਰॉन ਸੀ, K ਵਿੱਚ 2 ਆ ਸਕਦੇ ਆ ਮੈਕਸਿਮਮ। ਇੱਕ ਇਹਨੇ ਕਾਰਬਨ ਤੋਂ ਲੈ ਲਿਆ ਤੇ ਇਹਦਾ ਵੀ ਜਿਹੜਾ ਡੁਪਲੇਟ ਸੀ ਉਹ ਕੰਪਲੀਟ ਹੋ ਗਿਆ। ਜਦੋਂ ਇਸ ਤਰ੍ਹਾਂ ਨਾਲ ਸ਼ੇਅਰਿੰਗ ਆਫ ਇਲੈਕਟ੍ਰॉन्स ਦੇ ਨਾਲ ਬੌਂਡ ਬਣਦੇ ਆ ਤਾਂ ਉਹਨੂੰ ਅਸੀਂ ਕੋਵੈਲੈਂਟ ਬੌਂਡ ਕਹਿੰਦੇ ਆ। ਤੇ ਅੱਜ ਆਪਾਂ ਇੰਨਾ ਹੀ ਪੜਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ, ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਨੈਕਸਟ ਆਪਾਂ ਕਿਹੜੀ ਵੀਡੀਓ ਬਣਾਈਏ ਕੈਮਿਸਟਰੀ ਟੌਪਿਕਸ ਤੇ। ਥੈਂਕ ਯੂ ਵੈਰੀ ਮਚ, ਬਾਏ ਬਾਏ।